ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਜੋਗੀ ਜਤੀ ਤਪੀ ਸੰਨਿਆਸੀ। ਬਹੁ ਤੀਰਥ ਭਰਮਣਾ। ਲੁੰਜਤ ਮੁੰਜਤ ਮੌਨ ਜਟਾ ਧਰ। ਅੰਤ ਤਉ ਮਰਣਾ। ਤਾਤੇ ਸੇਵਿਅਲੇ ਰਾਮਣਾ। ਰਸਨਾ ਰਾਮ ਨਾਮ ਹਿਤ ਜਾ ਕੈ। ਕਹਾ ਕਰੈ ਜਮਨਾ। ਰਹਾਉ ਆਗਮ ਨਿਰਗਮ ਜੋਤਿ ਜਾਣੈ। ਬਹੁ ਬਹੁ ਵਿਆਕਰਨਾ। ਤੰਤ ਮੰਤਰ ਸਭ ਔਖਦ ਜਾਣੈ। ਅੰਤ ਤਉ ਮਰਨਾ। ਰਾਜ ਭੋਗਰ ਛਤਰ ਸਿੰਘਾਸਨ। ਬਹੁ ਸੁੰਦਰ ਰਮਣਾ। ਪਾਨ ਕਪੂਰ ਸੁਵਾਸਕ ਚੰਦਨ। ਅੰਤ ਤਉ ਮਰਣਾ। ਵੇਦ ਪੁਰਾਣ ਸਿਮਰਤ ਸਭ ਖੋਜੇ। ਕਹੂ ਨਾ ਉਬਰਨਾ। ਕਹੋ ਕਬੀਰ ਇਉ ਰਾਮੈ ਜੰਪੋ। ਮੇਟ ਜਨਮ ਮਰਣਾ। ਵੇਦ ਪੁਰਾਣ ਸਿਮਰਤ ਸਭ ਖੋਜੇ। ਕਹੂ ਨਾ ਉਬਰਨਾ। ਕਹੋ ਕਬੀਰ ਇਉ ਰਾਮੈ ਜੰਪੋ। ਮੇਟ ਜਨਮ ਮਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਆਪ ਸਰਵਣ ਕਰ ਰਹੇ ਹੋ, ਇਸ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 476 ਅਤੇ 477 ਅੰਗ 'ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਹਨ, ਰਹਾਉ ਦੀਆਂ ਪੰਕਤੀਆਂ ਹਨ। ਤਾਂ ਤੇ ਸੇਵੀਅਲੇ ਰਾਵਣਾ। ਰਸਨਾ ਰਾਮ ਨਾਮ ਹਿਤ ਜਾ ਕੈ। ਕਹਾ ਕਰੈ ਜਮਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਈ ਉਸ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ। ਜੋ ਪ੍ਰਾਣੀ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਰਸਨਾ ਦੁਆਰਾ ਜਪਦਾ ਹੈ, ਪਿਆਰ ਦੇ ਨਾਲ ਜਮ ਭਾਵ ਮੌਤ ਉਸਦਾ ਕੁਝ ਵੀ ਨਹੀਂ ਵਿਗਾੜ ਸਕਦੀ। ਨਹੀਂ ਤਾਂ ਭਾਵੇਂ ਕੋਈ ਜਤੀ ਬਣ ਜੇ, ਕੋਈ ਜੋਗੀ ਬਣ ਜਾਵੇ,
अपने मत्थे ते कोई भी लेवल ला ले कि मैं बहुत विद्वान हाँ, मेरे वर्गा कोई जोगी नहीं, मेरे वर्गा कोई जति नहीं, मेरे वर्गा कोई दानी नहीं, मौत एक दिन उसनूं अपनी गराही बना लवेगी। मौत ਇਹਦਾ एक लाभ भी है और नुकसान भी है। मौत की बहुत सारिया किताबां विद्वानां ने लिखियां ने मौत बारे। मौत का भय जेकर मनुख मौत तो डरदा होया वाहिगुरू का नाम जपण लग जावे तो ये मौत ये वास्ते लाभकारी है। पर जे ये तो डर के संसार के झमेलियां विच होर फस जावे तो मौत इसनूं खा जाती है, इसनूं ग्रस लैंदी है। जिस बारे बाबा फरीद जी कहते ने कि मनुख परमात्मा नूं छड्ड के इन्हें होर बड़े सहारे बनाए। जिहड़े बचन आपां पढ़दे हां कि मलकल मौत जां आवसी सब दरवाजे भन। दरवाजे का मीन की है? दरवाजे का भाव है सहारा। कि मनुख परमात्मा की बंदगी नहीं कीती, इन्हें दुनिया विच बड़े सहारे बनाए। ये माँ, ये प्यो, ये पत्नी, ये बच्चे, ये मेरा कारोबार, इस पासे अपने मन नूं ला लिया तो मौत नूं भुला दिता कि इदां शायद मौत मैनू नहीं आवेगी। पर बाबा फरीद जी कहते ने फरीदा मलकल मौत जां आवसी सब दरवाजे भाने। जिन्ने भी सहारे मनुख बनाता है ये सारिਆਂ ਨੂੰ ਭੰਨ ਦਿੰਦੀ है मौत। भाव कोई भी इन्हां विचों साडी सहायता नहीं करता। पर जेकर ये गुरु की मत लैके नाम जपण लग जावे ਤਾਂ ਇਹ ਫਿਰ ਮੌਤ ਤੇ ਫਤਿਹਯਾਬੀ ਪਾ ਲੈਂਦਾ ਹੈ, ਕਾਮਯਾਬੀ ਪਾ ਲੈਂਦਾ ਹੈ। ਭਗਤ ਕਬੀਰ ਸਾਹਿਬ ਜੀ ਪਾਵਨ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ ਭਾਵੇਂ ਕੋਈ ਕੁਝ ਵੀ ਬਣ ਜਾਵੇ ਤੇ ਇਹ ਨਾ ਸੋਚੇ ਮੈਂ ਮਰਾਂਗਾ ਨਹੀਂ, ਮਰੇਗਾ ਉਹ। ਪਰ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ शरीर तो उसका भी बिनसदा है पर मौत उसका कुछ बिगाड़ नहीं सकती। वो मौत की सज़ा तो मौत के दुख तो बच निकलता है। जिमें किसी मनुख के कोल धन है, जिमें बहुत गर्मी पै रही होवे, जिहड़े मनुख ने धन नहीं कमाया ਉਹਨੂੰ ਇੱਥੋਂ ਅੱਗੇ ਦੂਸਰੇ ਸ਼ਹਿਰ ਜਾਣਾ ਪੈ ਰਿਹਾ ਤੇ ਕੋਲ ਪੈਸਾ ਇੱਕ ਵੀ ਨਹੀਂ ਤੇ ਰਸਤਾ ਵੀ ਬੜਾ ਵਿਖਮ ਹੈ। ਉਹ ਜਦੋਂ ਤੁਰਦਾ ਹੈ ਬੜਾ ਦੁਖੀ ਹੁੰਦਾ ਹੈ, ਪੈਰਾਂ ਵਿੱਚ ਜੁੱਤੀ ਵੀ ਟੁੱਟੀ ਹੋਈ ਹੈ, ਕੱਪੜੇ ਵੀ ਪਾਟੇ ਹੋਏ ਤੇ ਗਰਮੀ ਵੀ ਬੜੀ ਪੈ ਰਹੀ ਹੈ ਤੇ ਰਸਤੇ ਵਿੱਚ ਕੋਈ ਠਾਰ ਵੀ ਨਹੀਂ ਹੈ, ਕੋਈ ਥਾਂ ਵੀ ਨਹੀਂ ਜਿੱਥੇ ਸੁੱਖ ਦਾ ਸਾਹ ਲੈ ਸਕੇ 2 ਮਿੰਟ ਬੈਠ ਕੇ। ਗਰਮੀ ਅੱਤ ਦੀ ਪੈ ਰਹੀ ਹੈ, बड़ा दुखी हुंदा है। उसे रस्ते उसे समय कोई होर लंघ रहा है पर उन्हें अपने जीवन में बड़ा धन कमाया। उस धन दे नाल उन्हें बहुत वधिया गड्डी लई है, वो गड्डी AC है विच बैठा आराम दे नाल जा उसे रस्ते वो भी रहा है पर वो बड़े सुख नाल बड़े आराम नाल अपनी मंजिल ते पहुँचता है। इसे तरह मौत तो सारिਆਂ ਨੂੰ आउंदी है पर गुरमुख उपर मौत का असर नहीं हुंदा। जिवें गर्मी का उस बंदे ते कोई असर नहीं हो रहा, पै तां रही है पर ਉਹਦੇ ते कोई असर नहीं है। इसे तरह ਜਿਹਦੇ ਕੋਲ नाम का धन है ਉਹਦੇ उपर मौत का असर नहीं हुंदा, किरिया उसे विचों भी लंघदा है। पर जिहड़ा मनमुख है वो बड़ा तपदा है। महाराज सोहनी साहिब विच भी फरमान करते ने कि जय महाभयान तपत वो काम तै हर के नाम की तुम ऊपर शाम। किते
ਗਰਮੀ ਪੈ ਰਹੀ ਹੈ, ਰਸਤੇ ਵਿੱਚ ਠੰਡੇ ਕੋਈ ਦਰਖਤ ਲੱਗੇ ਹੋਣ ਠੰਡੀ ਛਾਂ ਵਾਲੇ, ਅਤੇ ਉੱਥੋਂ ਮਨੁੱਖ ਲੰਘਦਾ ਬੜਾ ਸੁੱਖ ਮਹਿਸੂਸ ਕਰਦਾ ਵੀ ਇਹ ਬੜਾ ਵਧੀਆ ਰਸਤਾ ਆ ਗਿਆ ਹੈ। ਮਹਾਰਾਜ ਕਹਿੰਦੇ ਨਾਮ ਜਪੇਗਾ, ਬੰਦਗੀ ਕਰੇਗਾ, ਇਹ ਨਾਮ ਤੇਰੇ ਉੱਪਰ ਛਾਂ ਕਰੇਗਾ, ਤੈਨੂੰ ਉਹ ਦੁੱਖ ਸਤਾ ਨਹੀਂ ਸਕੇਗਾ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰੋ। ਪਰ ਜੇ ਨਾਮ ਨਹੀਂ ਜਪਿਆ, ਹੋਰ ਸਾਧਨਾ ਕਰਦਾ ਰਿਹਾ, ਹੋਰ ਕਰਮ ਕਰਦਾ ਰਿਹਾ, ਤੇ ਮਹਾਰਾਜ ਕਹਿੰਦੇ ਫਿਰ ਅੰਤ ਨੂੰ ਮਰਨਾ ਤਾਂ ਪੈਣਾ, ਫਿਰ ਉਹ ਮਰਨਾ ਬੜਾ ਦੁਖਦਾਇਕ ਹੋਵੇਗਾ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਨੇ, ਆਸਾ ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭਰਮਣਾ। ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਫਰਮਾਨ ਕਰਦੇ ਨੇ, ਜੋਗੀ ਬਣ ਗਿਆ ਕੋਈ, ਕੰਨ ਪਾੜ ਲਏ, ਪਿੰਡੇ ਤੇ ਸਵਾਹ ਮਲ ਲਈ, ਜੋਗ ਮਤ ਧਾਰਨ ਕਰ ਲਿਆ, ਕੋਈ ਜਤੀ ਬਣਿਆ ਹੈ, ਇੰਦਰੀਆਂ ਨੂੰ ਸਾਧਨ ਦੇ ਵਿੱਚ ਲੱਗਾ ਰਿਹਾ, ਕੋਈ ਤਪੀ ਬਣਿਆ ਹੈ, ਜਿਵੇਂ ਕੋਈ ਜੇਠ ਹਾੜ ਦੇ ਮਹੀਨੇ ਵਿੱਚ ਧੂਣਾ ਤਪਾ ਕੇ ਬੈਠ ਜਾਂਦਾ ਹੈ, ਜਾਂ ਕੋਈ ਬੰਦਾ ਅੰਨ ਛੱਡ ਦਿੰਦਾ ਹੈ, ਜਾਂ ਕੋਈ ਪਾਣੀ ਵਿੱਚ ਖੜਦਾ ਹੈ, ਠੰਡੇ ਪਾਣੀ ਦੇ ਵਿੱਚ ਜਦੋਂ ਪੋਹ ਮਾਘ ਦੀਆਂ ਰਾਤਾਂ ਹੁੰਦੀਆਂ ਨੇ, ਪੋਹ ਮਾਘ ਦੇ ਮਹੀਨਿਆਂ ਦੇ ਵਿੱਚ ਠੰਡ ਦੇ ਵਿੱਚ ਉਹ ਠੰਡੇ ਪਾਣੀ ਵਿੱਚ ਜਾ ਕੇ ਖੜ ਜਾਂਦਾ ਹੈ। ਉਹਨੂੰ ਕਹਿੰਦੇ ਤਪ ਕਰਨਾ, ਬੜੀ ਤਪ ਕਰ ਰਿਹਾ, ਬੜੀ ਘਾਲਣਾ ਘਾਲ ਰਿਹਾ ਹੈ। ਸੰਨਿਆਸੀ ਜਿਹੜਾ ਥਾਂ 'ਤੇ ਭਰਮਣ ਕਰਕੇ ਧਾਰਮਿਕ ਵਿੱਦਿਆ ਲੈ ਰਿਹਾ ਹੈ, ਗ੍ਰੰਥ ਪੜ੍ਹ ਰਿਹਾ ਹੈ, ਸੰਨਿਆਸ ਮਤ ਜਿਹਨੇ ਧਾਰਨ ਕੀਤਾ ਹੈ, ਬਹੁਤ ਤੀਰਥ ਭਰਮਣਾ, ਅਤੇ ਕਈ ਤੀਰਥਾਂ 'ਤੇ ਬੜਾ ਭਰਮਣ ਕਰਦੇ ਨੇ, ਕਦੇ ਕਿਸੇ ਤੀਰਥ ਦੀ ਯਾਤਰਾ, ਕਦੇ ਕਿਸੇ ਤੀਰਥ ਦੀ ਯਾਤਰਾ। ਵੇਖੋ ਯਾਤਰਾ ਕਰਨੀ ਮਾੜੀ ਨਹੀਂ, ਸਾਰੇ ਧਰਮਾਂ ਵਿੱਚ ਲੋਕ ਜਾਂਦੇ ਨੇ, ਆਪਾਂ ਵੀ ਜਾਂਦੇ ਹਾਂ, ਕੋਈ ਹਜ਼ੂਰ ਸਾਹਿਬ, ਕੋਈ ਪਟਨਾ ਸਾਹਿਬ, ਕੋਈ ਦਰਬਾਰ ਸਾਹਿਬ, ਕੋਈ ਹੇਮਕੁੰਟ ਸਾਹਿਬ। ਪਰ ਜੇਕਰ ਇਕੱਲੀ ਯਾਤਰਾ ਨੂੰ ਹੀ ਸਮਝ ਲਏ ਵੀ ਇਹ ਮੈਨੂੰ ਮੁਕਤ ਕਰ ਦੇਵੇਗੀ, ਤੇ ਇਹ ਖਿਆਲ ਗਲਤ ਹੈ। ਮਹਾਰਾਜ ਕਹਿੰਦੇ ਨਾਮ ਨੇ ਮੁਕਤੀ ਕਰਨੀ ਹੈ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨ ਕੋਈ, ਨ ਵੱਡਾ ਭਾਗ ਗੁਰਮੁਖ ਹਰ ਲੈਣਾ। ਨਾਮ ਨੇ ਮੁਕਤੀ ਕਰਨੀ ਹੈ, ਪਰ ਕਿਸੇ ਨੂੰ ਇਹ ਭਰਮ ਬਣ ਗਿਆ ਜੋਗੀ ਬਣਨ ਨਾਲ ਮੁਕਤ ਹੋ ਜਾਵਾਂਗਾ, ਜਾਂ ਜਤੀ ਜਾਂ ਤਪੀ ਸੰਨਿਆਸੀ ਜਾਂ ਤੀਰਥਾਂ ਦਾ ਭਰਮਣ ਕਰਨ ਨਾਲ, ਪਰ ਉਹ ਫਿਰ ਮੌਤ ਦੇ ਉਸ ਭੈ ਤੋਂ, ਉਸ ਦੁੱਖ ਤੋਂ ਬਚ ਨਹੀਂ ਸਕੇਗਾ। ਇੱਥੇ ਜਿਹੜਾ ਸ਼ਬਦ ਆਇਆ ਨਾ ਅੰਤ ਤਉ ਮਰਨਾ, ਇਹਦਾ ਭਾਵ ਹੈ ਕਿ ਉਹ ਜਿਹੜਾ ਮੌਤ ਦਾ ਦੁੱਖ ਹੈ ਉਹਦੇ ਤੋਂ ਨਹੀਂ ਬਚ ਸਕੇਗਾ। ਕੋਈ ਕਿੰਨਾ ਵੀ ਯਤਨ ਕਰ ਲਏ, ਉਹਦੇ ਵਾਸਤੇ ਨਾਮ ਧਨ ਹੀ ਚਾਹੀਦਾ ਹੈ। ਨਾਮ ਧਨ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੋ ਸਕਦੀ ਚੀਜ਼। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭਰਮਣਾ, ਲੁੰਜਤ ਮੁੰਜਤ ਮੌਨ ਜਟਾ ਧਰ, ਅੰਤ ਤਉ ਮਰਨਾ। ਲੁੰਜਤ ਜਿਹੜੇ ਸਰੇਵੜੇ ਨੇ, ਜਿਹੜੇ ਲੂੰਦੇ ਨੇ। ਲੂੰਦੇ ਕੀ ਨੇ? ਜਦੋਂ ਕੋਈ ਸਰੇਵੜਾ ਬਣਦਾ ਹੈ ਉਹਦੇ ਕੇਸ ਜਿਹੜੇ ਨੇ ਉਹ ਮੋਚਣੇ ਨਾਲ ਪੁੱਟੇ ਜਾਂਦੇ ਨੇ, ਲੂਹੇ ਜਾਂਦੇ ਨੇ। ਸਵਾਹ ਪਾ ਕੇ ਨਾ ਪਿੰਡ ਸਿਰ ਦੇ ਵਿੱਚ ਉਹ ਵਾਲ ਫਿਰ ਪੁੱਟੇ ਜਾਂਦੇ ਨੇ, ਲੂਹੇ ਜਾਂਦੇ ਨੇ। ਲੁੰਜਤ ਮੁੰਜਤ। ਕਈ ਐਸੇ ਵੀ ਨੇ ਸਾਧੂ, ਉਹ ਕੋਈ ਸਰੀਰ ਦੇ ਉੱਪਰ ਰੇਸ਼ਮੀ ਕੱਪੜਾ ਨਹੀਂ ਪਾਉਂਦੇ, ਵਧੀਆ ਸੁੱਖ ਦੇਣ ਵਾਲਾ ਕੱਪੜਾ ਨਹੀਂ ਪਾਉਂਦੇ। ਆਪਾਂ ਕੋਈ ਵੀ ਕੱਪੜਾ ਪਾਉਂਦੇ ਆ ਸਰਦੀ ਗਰਮੀ 'ਚ, ਉਹ ਪਾਉਂਦੇ ਆ ਜਿਹੜਾ ਸੁੱਖ ਦੇਵੇ, ਜਿਹੜਾ ਕੱਪੜਾ ਵੱਢ ਕੇ ਖਾਵੇ ਉਹ ਨਹੀਂ ਪਾਉਂਦੇ ਆਪਾਂ। ਪਰ ਉਹ ਮੁੰਜਤ ਜਿਹੜੀ ਮੁੰਜ ਹੁੰਦੀ ਹੈ, ਜਿਹੜਾ ਮੁੰਜ ਦਾ ਵਾਣ ਵੱਟਦੇ ਸੀ ਪਹਿਲਾਂ, ਮੁੰਜ ਦੇ ਬੰਦੇ ਹੁੰਦੇ ਸੀ, ਉਹ ਚੱਲਦਾ ਬੜਾ ਸੀ। ਮੁੰਜ ਦਾ ਜਿਹੜਾ ਵਾਣ ਹੁੰਦਾ ਹੈ ਉਹ ਹੰਡਦਾ ਬੜਾ ਹੈ। ਉਹ ਮੁੰਜ ਦੀ ਤੜਾਗੀ ਬਣਾ ਕੇ ਲੱਕ ਬੰਨ੍ਹ ਲੈਂਦੇ ਨੇ ਕਈ ਸਾਧੂ, ਬਸ ਇੰਨੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦੇ ਨੇ। ਮੁੰਜ ਤੋਂ ਸਰੀਰ ਨੂੰ ਵੱਢਦੀ, ਉਹਦਾ ਮੰਜਾ ਵੀ ਵਾਣ ਵੱਟਿਆ ਹੋਏ ਨਾ, ਅਤੇ ਉਹਦੇ ਮੰਜੇ ਉਸ 'ਤੇ ਆਪਾਂ ਪੈ ਜਾਈਏ ਕਿਤੇ, ਅਤੇ ਨੰਗੇ ਪਿੰਡੇ ਬੰਦਾ ਪੈ ਜਾਏ ਅਤੇ ਉਹ ਸਰੀਰ ਨੂੰ ਕੱਪੜੇ ਪਾ ਹੋਏ ਤਾਂ ਵੀ ਵੱਢਦਾ, ਅਤੇ ਮੰਜਾ ਬੰਦਾ ਵੈਸੇ ਸਰੀਰ 'ਤੇ ਪੈ ਜਾਵੇ ਅਤੇ ਉਹ ਸਰੀਰ ਦੇ ਉੱਪਰ ਨਿਸ਼ਾਨ ਪਾ ਦਿੰਦਾ ਹੈ। ਪਰ ਉਹ ਸਾਧੂ ਐਸੇ ਨੇ, ਮੁੰਜ ਦੀ ਬਣਾ ਕੇ ਤੜਾਗੀ ਆਪਣੇ ਲੱਕ ਬੰਨ੍ਹ ਲੈਂਦੇ ਨੇ,
ਮੌਨ, ਕਈ ਮੌਨ ਧਾਰਨ ਕਰ ਲੈਂਦੇ ਨੇ, ਜਟਾ ਧਾਰ, ਕਈ ਬੜੀਆਂ ਵੱਡੀਆਂ ਜਟਾਵਾਂ ਧਾਰਨ ਕਰ ਲਈਆਂ। ਅੰਤ ਤਉ ਮਰਨਾ, ਆਖਰ ਨੂੰ ਮਰਨਾ ਹੀ ਪੈਣਾ ਹੈ, ਤੇ ਉਸ ਮੌਤ ਦਾ ਕੋਈ ਹੱਲ ਨਹੀਂ ਕਰ ਰਹੇ। ਇਹ ਬਾਹਰੋਂ ਸਾਧਨ ਹੋਰ ਕਰ ਲਏ, ਪਰ ਮੌਤ ਤੋਂ ਬਚਣ ਦਾ ਭਾਵ, ਉਹਦੇ ਦੁੱਖ ਤੋਂ ਬਚਣ ਦਾ ਕੋਈ ਸਾਧਨ ਨਹੀਂ ਕੀਤਾ। ਉਹ ਕਿਹੜਾ ਸਾਧਨ ਸੀ? ਪਰਮੇਸ਼ਵਰ ਦਾ ਨਾਮ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ ਕਿ ਇਸ ਜੀਵ ਨੇ ਹੋਰ ਬੜੇ ਸਾਧਨ ਕੀਤੇ ਸੁੱਖ ਦੇ, ਪਰ ਜਿੰਨੇ ਵੀ ਕੀਤੇ ਸੁੱਖ ਦੇ ਕੀਤੇ। ਉਹ ਜਿਹੜਾ ਮੌਤ ਦਾ ਦੁੱਖ ਹੈ, ਸੁੱਖ ਕੇ ਬੋ ਸਾਧਨ ਕੀਏ, ਦੁੱਖੋ ਕੀਓ ਨਾ ਕੋਏ। ਉਹ ਜਿਹੜਾ ਮੌਤ ਦਾ ਦੁੱਖ ਹੈ, ਉਹਦੇ ਤੋਂ ਬਚਣ ਵਾਸਤੇ ਕੋਈ ਸਾਧਨ ਨਹੀਂ ਕੀਤਾ। ਹੋਰ ਸਾਧਨ ਆਪਣੇ ਆਪ ਨੂੰ ਸੁਖੀ ਰੱਖਣ ਵਾਸਤੇ ਬੜੇ ਕਰੀ ਗਿਆ, ਪਰ ਉਹ ਜਿਹੜਾ ਦੁੱਖ ਹੈ ਨਾ, ਉਹ ਕਿੰਨਾ ਵੱਡਾ ਦੁੱਖ ਹੈ ਕਿ ਦੁਨੀਆ ਦੇ ਜਿੰਨੇ ਵੀ ਤਮਾਮ ਸਾਰੇ ਦੁੱਖਾਂ ਨੂੰ ਇਕੱਠਾ ਕਰ ਲਿਆ ਜਾਵੇ, ਉਹਨਾਂ ਤੋਂ ਫਿਰ ਵੀ ਮੌਤ ਦਾ ਦੁੱਖ ਪਤਾ ਨਹੀਂ ਕਿੰਨਾ ਕੁ ਵੱਡਾ ਹੈ। ਇੰਨਾ ਭਾਰੀ ਦੁੱਖ ਹੈ ਮੌਤ ਦਾ। ਦੁਨੀਆ ਦੀ ਸਾਰੀ ਪੀੜਾ ਨੂੰ ਇਕੱਠਾ ਕਰ ਲਿਆ ਜਾਵੇ, ਮੌਤ ਦਾ ਦੁੱਖ ਫਿਰ ਵੀ ਉਦੋਂ ਜ਼ਿਆਦਾ ਖਤਰਨਾਕ ਹੈ। ਉਸ ਤੋਂ ਬਚਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ। ਤਾਂ ਤੇ ਸੇਵੀਅਲੇ ਰਾਵਣਾ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਈ ਫਿਰ ਕਿਉਂ ਨਹੀਂ ਪਰਮਾਤਮਾ ਦੇ ਨਾਮ ਨੂੰ ਜਪਦੇ? ਇਸ ਕਰਕੇ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ। ਰਸਨਾ ਰਾਮ ਨਾਮ ਹਿਤ ਜਾ ਕਾ, ਜਿਹੜਾ ਬੜੇ ਹਿੱਤ ਦੇ ਨਾਲ ਰਸਨਾ ਦੁਆਰਾ ਪਰਮੇਸ਼ਵਰ ਦੇ ਨਾਮ ਨੂੰ ਜਪਦਾ, ਬੜੇ ਪਿਆਰ ਵਿੱਚ ਆ ਕੇ ਜਪਦਾ ਹੈ। ਕਹਾ ਕਰੈ ਜਮਣਾ ਭਾਵ ਜਮ, ਮੌਤ ਉਹਦਾ ਕੀ ਕਰ ਲਏਗੀ? ਮੌਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਕਿੰਨੀ ਵੀ ਗਰਮੀ ਪਵੇ ਸੂਰਜ ਦੀ, ਭਾਵੇਂ ਦਰਖਤ ਕਮਲਾ ਜਾਣ, ਪਰ ਜਿਸ ਦੇ ਕੋਲ ਧਨ ਹੈ ਉਹਦਾ ਗਰਮੀ ਕੁਝ ਵੀ ਨਹੀਂ ਵਿਗਾੜ ਸਕਦੀ। ਆਪਣੇ ਘਰ ਵਿੱਚ ਵੀ ਬੈਠਾ, ਏਸੀ ਲਾਇਆ ਹੋਇਆ ਆਰਾਮ ਨਾਲ, ਦਫ਼ਤਰ ਵਿੱਚ ਹੈ, ਕੰਮ ਵਾਲੀ ਥਾਂ 'ਤੇ ਜਾਣਾ, ਉੱਥੇ ਵੀ, ਗੱਡੀ ਵਿੱਚ ਵੀ, ਸਾਰੇ ਪਾਸੇ ਖਾਣ ਵਾਸਤੇ ਠੰਡੇ ਪਦਾਰਥ ਨੇ, ਪਾਉਣ ਵਾਸਤੇ ਠੰਡੇ ਵਸਤਰ ਨੇ। ਕੀ ਕਰ ਲਵੇਗੀ ਗਰਮੀ ਉਹਦਾ? ਪਰ ਜਿਹਦੇ ਘਰ ਵਿੱਚ ਗਰੀਬੀ ਹੈ, ਨਾ ਖਾਣ ਵਾਸਤੇ ਕੋਈ ਪਦਾਰਥ ਵਧੀਆ, ਨਾ ਪਾਉਣ ਵਾਸਤੇ ਵਸਤਰ ਵਧੀਆ, ਨਾ ਰਹਿਣ ਵਾਲਾ ਘਰ ਵਧੀਆ, ਅਤੇ ਜਿੱਥੇ ਕਿਤੇ ਜਾਣਾ ਹੈ ਉੱਥੇ ਵੀ ਪੈਦਲ ਜਾਣਾ ਪੈ ਜਾਵੇ ਤੇ ਕਿੰਨਾ ਦੁੱਖ ਹੈ। ਇਸ ਤਰ੍ਹਾਂ ਜਿਹਦੇ ਕੋਲ ਪਰਮੇਸ਼ਵਰ ਦਾ ਨਾਮ ਹੈ, ਜਮ ਮੌਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਗਮ ਨਿਰਗਮ ਜੋਤ ਗਜਾਨੈ, ਬਹੁ ਬਿਆ ਕਰਨਾ। ਭਗਤ ਕਬੀਰ ਸਾਹਿਬ ਜੀ ਜਿਹੜੇ ਲੋਕ ਵੇਦਾਂ ਨੂੰ ਪੜ੍ਹਦੇ ਨੇ, ਸ਼ਾਸਤਰਾਂ ਨੂੰ ਪੜ੍ਹਦੇ ਨੇ, ਬੜੇ ਜੋਤਿਸ਼ ਵਿਦਿਆ ਦੇ ਮਾਹਰ ਨੇ, ਬੜੇ ਵਿਆਕਰਣ ਦੁਆਰਾ ਉਹ ਵਿਦਿਆ ਨੂੰ ਪੜ੍ਹਦੇ ਨੇ ਕਿ ਉਹ ਮੌਤ ਦੇ ਦੁੱਖ ਤੋਂ ਬਚ ਜਾਣਗੇ। ਭਗਤ ਕਬੀਰ ਸਾਹਿਬ ਕਹਿੰਦੇ ਆਗਮ ਕਹਿੰਦੇ ਨੇ ਵੇਦਾਂ ਨੂੰ, ਨਿਰਗਮ ਜਿਹੜੇ ਸ਼ਾਸਤਰ ਨੇ, ਜੋਤਕ ਜਾਣੈ ਜੋਤਿਸ਼ ਵਿਦਿਆ ਵਾਲੇ, ਜਿੰਨੀ ਵੀ ਜੋਤਿਸ਼ ਦੀ ਵਿਦਿਆ ਹੈ। ਜੋਤਿਸ਼ ਵਿਦਿਆ ਹੈ ਤਾਂ ਬਹੁਤ ਵਧੀਆ, ਪਰ ਇਹ ਪਖੰਡੀਆਂ ਦੇ ਹੱਥ ਵਿੱਚ ਆ ਗਈ। ਜਿਵੇਂ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਨਾ, ਪਰ ਜਦੋਂ ਡਾਕਟਰੀ ਕਿਸੇ ਲਾਲਚੀ ਬੰਦੇ ਦੇ ਹੱਥ ਵਿੱਚ ਆ ਗਈ ਤਾਂ ਫਿਰ ਉਹ ਕਸਾਈ ਬਣ ਜਾਂਦਾ ਹੈ। ਉਹ ਬੰਦੇ ਦੇ ਅੰਗ ਕੱਢ ਕੇ ਵੇਚ ਦਿੰਦਾ ਹੈ। ਬੇਹੋਸ਼ ਕੀਤਾ, ਆਪਰੇਸ਼ਨ ਹੋਰ ਚੀਜ਼ ਦਾ ਕੀਤਾ, ਵਿੱਚੋਂ ਅੰਗ ਕੱਢ ਕੇ ਵੇਚ ਦਿੱਤਾ। ਇਹ ਜੋਤਿਸ਼ ਇੱਕ ਵਿਦਿਆ ਹੈ ਅਤੇ ਪਖੰਡੀਆਂ ਦੇ ਹੱਥ ਵਿੱਚ ਆ ਗਈ, ਅਤੇ ਇਹਨਾਂ ਨੇ ਹੋਰ ਹੀ ਲੋਕਾਂ ਨੂੰ ਭੰਬਲ ਭੁੱਸੇ ਦੇ ਵਿੱਚ ਪਾ ਤਾ, ਹੋਰ ਭਟਕਾ ਦਿੱਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਵਿਆਕਰਣ ਦੇ ਨਾਲ ਕੋਈ ਸ਼ਾਸਤਰਾਂ ਨੂੰ, ਵੇਦਾਂ ਨੂੰ ਪੜ੍ਹੇ, ਜੋਤਿਸ਼ ਵਿਦਿਆ ਨੂੰ ਪੜ੍ਹੇ, ਬੜੀ ਤਰ੍ਹਾਂ ਦੀ ਵਿਆਕਰਣ ਨੂੰ ਆਉਂਦੀ ਹੋਵੇ, ਵਿਦਿਆ ਮਾੜੀ ਨਹੀਂ ਹੈ। ਪਰ ਜੇ ਕੋਈ ਇਹ ਸਮਝ ਲਵੇ ਵਿਦਿਆ ਨਾਲ ਹੀ ਮੁਕਤ ਹੋ ਜਾਵਾਂਗਾ, ਤਾਂ ਇੱਕ ਭੁਲੇਖਾ ਹੈ। ਮੁਕਤੀ ਨਾਮ ਨੇ ਹੀ ਕਰਨੀ ਹੈ।
ਨਾਮ ਤੋਂ ਬਿਨਾ ਮੁਕਤੀ ਨਹੀਂ ਹੋਵੇ। ਤਾਂ ਹੀ ਬਾਣੀ ਵਿੱਚ ਕਹਿ ਦਿੱਤਾ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨ ਪੜਿਆ ਪਰਮਗਤ ਪਾਵੈ। ਭਾਈ ਰੋਟੀ ਖਾ ਕੇ ਹੀ ਭੁੱਖ ਮਿਟਣੀ, ਭਾਵੇਂ ਪੜਿਆ ਖਾਵੇ ਭਾਵੇਂ ਅਨਪੜ੍ਹ ਖਾਵੇ। ਇਹ ਨਹੀਂ ਵੀ ਅਨਪੜ੍ਹ ਕੁਝ ਹੋਰ ਖਾਵੇਗਾ ਤਾਂ ਉਹਦੀ ਭੁੱਖ ਮਿਟੇਗਾ। ਸਰੀਰ ਦਾ ਜੀਵਨ ਦੋਵਾਂ ਦਾ ਇੱਕੋ ਜਿਹਾ ਹੈ। ਰੋਟੀ ਜਿਹੜਾ ਖਾਵੇਗਾ ਉਹਦੀ ਭੁੱਖ ਮਿਟ ਜਾਵੇਗੀ। ਜੇ ਕੋਈ ਆਖੇ ਮੈਂ ਤਾਂ PhD ਕੀਤੀ, ਮੈਨੂੰ ਰੋਟੀ ਖਾਣ ਦੀ ਲੋੜ ਨਹੀਂ, ਮੈਨੂੰ ਪਾਣੀ ਪੀਣ ਦੀ ਲੋੜ ਨਹੀਂ, ਤੇ ਉਹਨੂੰ ਆਪਾਂ ਕੀ ਆਖਾਂਗੇ? ਤਾਂ ਮੂਰਖ ਹੈ। ਭਾਵੇਂ ਤੂੰ ਪੜ੍ਹ ਲਿਖ ਗਿਆ ਹੈ, ਹਾਂ ਤੇਰਾ ਰੋਟੀ ਖਾਣ ਦਾ ਥੋੜ੍ਹਾ ਜਿਹਾ ਤਰੀਕਾ ਵੱਖਰਾ ਹੋ ਸਕਦਾ ਹੈ ਕਿ ਜਿਵੇਂ ਵਧੀਆ ਤਰ੍ਹਾਂ ਕੋਈ ਟੇਬਲ ਲਾ ਕੇ ਬਹਿ ਕੇ ਕਈ ਤਰੀਕੇ ਨਾਲ, ਪਰ ਭੁੱਖ ਤਾਂ ਰੋਟੀ ਖਾਣ ਨਾਲ ਮਿਟੇਗੀ। ਭਾਵੇਂ ਕੋਈ ਧਰਤੀ 'ਤੇ ਪੁੰਜੇ ਚੌਂਕੜਾ ਮਾਰ ਕੇ ਬਹਿ ਕੇ ਹੱਥਾਂ 'ਤੇ ਰੱਖ ਕੇ ਰੋਟੀ ਖਾ ਲਵੇ, ਅਤੇ ਕੋਈ ਵਧੀਆ ਤਰ੍ਹਾਂ ਥਾਲ ਸਜਾ ਕੇ ਪੂਰਾ ਐਨ ਸਲਾਦ ਆਦਿ ਕੱਟ ਕੇ ਕਈ ਤਰ੍ਹਾਂ ਕਰਕੇ ਖਾਵੇ, ਗੱਲ ਤਾਂ ਰੋਟੀ ਨਾਲ ਹੀ ਭੁੱਖ ਮਿਟਣੀ ਹੈ। ਹਾਂ ਪੜ੍ਹਿਆ ਲਿਖਿਆ ਬੰਦਾ ਥੋੜ੍ਹਾ ਵੱਖਰੇ ਤਰੀਕੇ ਨਾਲ ਉਹ ਨਾਮ ਦਾ ਅਭਿਆਸ ਸਿਮਰਨ ਕਰੇਗਾ, ਪਰ ਸਿਮਰਨ ਨਾਲ ਹੀ ਮੁਕਤੀ ਹੋਣੀ। ਸਿਮਰਨ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੋ ਸਕਦਾ। ਜਿਹੜਾ ਸਿਮਰਨ ਕਰੇਗਾ ਉਹ ਮੁਕਤ ਹੋਵੇਗਾ। ਤੰਤ ਮੰਤਰ ਸਭ ਔਖਦ ਜਾਣੈ, ਅੰਤ ਤਉ ਮਰਨਾ ਤੰਤਰ ਵਿਦਿਆ। ਸਭ ਤਰ੍ਹਾਂ ਦੇ ਮੰਤਰ ਦਾ ਅਭਿਆਸ ਕਰਨ ਵਾਲਾ, ਉਹਨਾਂ ਦੇ ਫਲ ਨੂੰ ਜਾਣਨ ਵਾਲਾ, ਔਰ ਸਭ ਤਰ੍ਹਾਂ ਦੀ ਦਵਾਈ ਜਾਣਨ ਵਾਲਾ। ਦੁਨੀਆ ਵਿੱਚ ਸਭ ਨਾਲੋਂ ਵੱਡਾ ਇੱਕ ਵੈਦ ਹਕੀਮ ਹੋਇਆ ਹੈ ਲੁਕਮਾਨ। ਕਹਿੰਦੇ ਹਨ ਕਿ ਲੁਕਮਾਨ ਇਹ ਦਾਅਵਾ ਕਰਤਾ ਸੀ, ਜਿਹਨੂੰ ਮੈਂ ਦਵਾਈ ਦੇ ਦੇਵਾਂ ਬੰਦਾ ਮਰੇਗਾ ਨਹੀਂ, ਜਿਹੜਾ ਮੇਰੀ ਦਵਾਈ ਖਾ ਲਵੇ। ਇੱਕ ਵਾਰੀ ਮਰਦਾ ਹੋਇਆ ਬੰਦਾ ਮੇਰੇ ਕੋਲ ਲੈ ਆਓ, ਮੈਂ ਦਵਾਈ ਦੇ ਦਾਂਗਾ, ਉਹ ਬੰਦਾ ਕਮ ਸੇ ਕਮ ਬਿਮਾਰੀ ਨਾਲ ਤਾਂ ਨਹੀਂ ਮਰੇਗਾ। ਪਰ ਇੱਕ ਰਾਜੇ ਦਾ ਪੁੱਤਰ ਬਿਮਾਰ ਹੋ ਗਿਆ, ਮਰਨ ਕਿਨਾਰੇ, ਇਹਨੂੰ ਸੱਦਿਆ ਗਿਆ ਅਤੇ ਇਹਨੇ ਦਵਾਈ ਦਿੱਤੀ, ਉਹ ਬੱਚਾ ਮਰ ਗਿਆ। ਇਹਨੂੰ ਪਕੜ ਲਿਆ ਗਿਆ ਵੀ ਤੂੰ ਤਾਂ ਬੜਾ ਦਾਅਵਾ ਕੀਤਾ ਸੀ। ਕਹਿੰਦੇ ਹਨ ਕਿ ਰਾਜ ਮਹੱਲਾਂ ਦੇ ਵਿੱਚੋਂ ਛਾਲ ਮਾਰ ਕੇ ਮਰਨ ਲੱਗਾ ਸੀ, ਅਤੇ ਉਸ ਸਮੇਂ ਇਹਨੂੰ ਇਲਹਾਮ ਹੋਇਆ, ਲੁਕਮਾਨ ਠੀਕ ਹੈ ਦਵਾਈ ਤੂੰ ਬਣਾਈ ਹੈ, ਪਰ ਜਾ ਕੇ ਵੇਖ ਉਹ ਦਵਾਈ ਉਸ ਬੱਚੇ ਦੇ ਅੰਦਰ ਨਹੀਂ ਗਈ, ਜੀਵਤ ਹੀ ਪਈ ਰਹਿ ਗਈ ਹੈ, ਉਹਦੀ ਮੌਤ ਹੋ ਗਈ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਵੈਦ ਕਹਿ ਹੋਂ ਹੀ ਭਲਾ ਦਾਰੂ ਮੇਰੇ ਵਸ। ਵੈਦ ਡਾਕਟਰ ਬੜਾ ਦਾਅਵਾ ਕਰਦੇ ਨੇ, ਪਰ ਇਹ ਤੋਂ ਬਸ ਗੋਪਾਲ ਕੀ ਜਬ ਭਾਵੈ ਲੇਖਾ। ਸੇ ਤਾਂ ਉਸ ਰੱਬ ਦੀ ਵਸਤੂ, ਜਦੋਂ ਭਾਵੇਂ ਮਰਜ਼ੀ ਖੋਹ ਲਵੇ। ਉਹ ਚਾਹਵੇ ਕੰਮ ਕਰੇ ਦਵਾਈ, ਉਹ ਚਾਹਵੇ ਨਾ ਕੰਮ ਕਰੇ, ਭਾਵੇਂ ਕਿੰਨੀ ਵਧੀਆ ਦਵਾਈ ਹੈ। ਵੈਦਾਂ ਸੰਧਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਉਹ ਵਿੱਚ ਆ ਕੇ ਖਲੋ ਜਾਵੇ ਤਾਂ ਹੀ, ਭਾਵੇਂ ਕਿੰਨੇ ਸਪੈਸ਼ਲਿਸਟ ਡਾਕਟਰ ਹੋਣ, ਕੁਝ ਵੀ ਹੋਣ, ਕਿੰਨੀ ਵਧੀਆ ਦਵਾਈ ਹੋਵੇ, ਪਰ ਉਹ ਤਾਂ ਹੀ ਕੰਮ ਕਰੇਗੀ ਜੇਕਰ ਪਰਮਾਤਮਾ ਕਿਰਪਾ ਕਰ ਦੇਵੇ। ਭਾਵੇਂ ਕੋਈ ਕਿੰਨਾ ਵੀ ਜਾਣਕਾਰ ਹੋਵੇ ਤੰਤਰਾਂ ਦਾ, ਮੰਤਰਾਂ ਦਾ, ਦਵਾਈ ਦਾ, ਪਰ ਮਰਨਾ ਪੈਣਾ ਹੈ। ਭਾਵ ਉਹ ਵੀ ਮੌਤ ਦੇ ਭੈ ਤੋਂ, ਮੌਤ ਦੇ ਦੁੱਖ ਤੋਂ ਬਚ ਨਹੀਂ ਸਕਦਾ। ਰਾਜ ਭੋਗ ਅਰ ਛਤਰ ਸਿੰਘਾਸਣ ਬਹੁਤ ਸੁੰਦਰ ਰਵਣਾ। ਔਰ ਕੋਈ ਬਹੁਤ ਵੱਡਾ ਚੱਕਰਵਰਤੀ ਰਾਜਾ ਬਣਿਆ ਹੈ, ਭਾਵੇਂ ਲੱਖਾਂ ਰੁਪਏ ਦੇ ਸੂਟ ਰੋਜ਼ ਪਾਉਂਦਾ ਹੈ, ਸਭ ਤਰ੍ਹਾਂ ਦੇ ਭੋਗ ਭੋਗਦਾ ਹੈ, ਔਰ ਉਹਦੇ ਮਹੱਲਾਂ ਵਿੱਚ ਸੁੰਦਰ ਰਾਣੀਆਂ ਨੇ ਉਹਦੇ ਨਾਲ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਨ ਕਪੂਰ ਸੁਵਾਸਕ ਚੰਦਨ ਅੰਤ ਤਹੁ ਮਰਨਾ। ਪਾਨਾਂ ਦੇ ਬੀੜੇ ਲਾਉਂਦਾ ਹੈ, ਕਪੂਰ ਇਤਿਆਦਿਕ ਇਹ ਜਿਹੜੀਆਂ ਸੁਗੰਧੀਆਂ ਵਾਲੀਆਂ ਚੀਜ਼ਾਂ ਨੇ, ਇਹਨਾਂ ਦਾ ਛਿੜਕਾਅ ਕਰਦਾ ਜਿੱਥੇ ਸੌਣਾ ਹੈ, ਰਹਿਣਾ ਬਹਿਣਾ ਹੈ। ਅਤੇ ਖਾਣ ਵਾਲੇ ਪਦਾਰਥਾਂ ਵਿੱਚ ਵੀ ਆਪਾਂ ਵੇਖਦੇ ਹਾਂ ਇਹ ਚੀਜ਼ਾਂ ਪਾਈਆਂ ਨੇ, ਸੁਗੰਧੀ ਆਉਂਦੀ ਹੈ। ਵਸਤਰਾਂ 'ਤੇ ਵੀ ਜਿਹੜਾ ਪਰਫਿਊਮ ਲਾਇਆ ਜਾਂਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਵੀ ਇਹ ਚੀਜ਼ਾਂ ਭਾਵੇਂ ਬੰਦਾ ਕਿੰਨਾ ਵਰਤਣ ਵਾਲਾ ਹੋਵੇ, ਮਰਨਾ ਉਸਨੇ ਵੀ ਮੌਤ ਦੇ ਦੁੱਖ ਤੋਂ ਵੀ ਨਹੀਂ ਬਚ ਸਕਦਾ। ਇਹ ਨਹੀਂ ਵੀ ਕੋਈ ਚੱਕਰਵਰਤੀ ਰਾਜਾ ਅਤੇ ਉਹਦੇ 'ਤੇ ਮੌਤ ਦਾ ਦੁੱਖ ਘਟ ਜਾਵੇਗਾ।
मौत उस तरह ही ਉਹਦੇ ਤੇ ਵਿਆਪਤ ਹੋਵੇਗੀ। वेद पुराण सिमरत सब खोजे कहू न उबरना। भगत कबीर साहब कहते वेदां नूं पुराणां नूं सिमरतियां नूं खोज के वेखिया है कि नाम तो बिना कोई नहीं बच सकता। कोई किन्ना भी आखे मैं बड़ा कुछ पढ़िया होया धार्मिक ग्रंथां दा अध्ययन कीता है, सिमरन तो बिना कदे भी भला नहीं होवेगा। वेद पुराण सिमरत सब खोजे कहू ना उबरना। कहो कबीर इਉ रामै जंपो मेट जन्म मरना। इस करके भगत कबीर साहब जी कहते भाई राम का नाम जपो, परमेश्वर का नाम जपो, जो तुहाडे जम्मण मरण के दुख नूं मेट देवेगा, खत्म कर देवेगा, जम्मण मरण के दुख तो बाहर कर देवेगा। कहो कबीर इਉ रामै जंपो मेट जन्म मरना। क्योंकि जन्मंग तो मरणंग, जन्म होया तो फिर मरण भी होना ही है, तो जन्म होया सारे दुख जन्म करके ही ने। जिन्ना भी दुख है वो काहदे करके है, साढ़े जन्म करके। जन्म मिट गया तो मरण मिट गया, से सारे दुख मिट गए। भगत कबीर साहब जी कहते इस करके परमेश्वर का नाम वाहिगुरू का नाम जपो। सतगुरु जी मैं रामत करन जिथे आपां शुभ गुण जीवन में धारण करने ने, दैवी गुण धारण करने ने, उत्थे नाम सिमरन करिया करिए तां जो साडा ये जीवन सफल हो जावे, भला हो जावे। होईयां भुल्लां दी खिमा जी। वाहिगुरू जी का खालसा वाहिगुरू जी की फतेह।